हाँ जी, सत श्री अकाल जी साਰਿਆਂ ਨੂੰ। मैं धर्मपाल सिंह हिसाब मास्टर गवर्नमेंट हाई स्कूल पतारा विखे सेवा निभा रहा हाँ। विद्यार्थियों, असी 8वीं क्लास का 5वां अध्याय आंकड़ियां का प्रबंधन जिहड़ा हैगा वो कर रहे हाँ। ते ऑलमोस्ट साडा जिहड़ा अभ्यास है, अभ्यास 5.1 5.2 5.3 जिहड़ियां वो खत्म हो चुकियां हुई हैं। ते अज असी आप जी दे सामने वर्कशीट लेके आए हाँ। वर्कशीट पहला तो तुहाडे कोल किसी न किसी ढंग नाल जरूर पहुंची होगी, तुसीं आप भी उन्हें हल करने की कोशिश की होगी। ਅਸੀਂ ਅੱਜ ਦੇ ਲੈਕਚਰ ਦੇ ਵਿੱਚ ਕੋਸ਼ਿਸ਼ ਕਰਾਂਗੇ ਉਸ ਵਰਕਸ਼ੀਟ ਦੇ ਜਿਹੜੇ ਹੈਗੇ ਆ ਸਵਾਲਾਂ ਨੂੰ ਕੱਢਣ ਦੀ, ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਮੇਰੇ ਨਾਲ ਜਿਹੜਾ ਮੇਰਾ ਸਾਥ ਦਿਓਗੇ। ਵਿਦਿਆਰਥੀਓ, ਇਸ ਦਾ ਅਸੀਂ ਪਹਿਲਾ ਸਵਾਲ ਜਿਹੜਾ ਹੈਗਾ ਆ ਉਹ ਹੱਲ ਕਰਦੇ ਹਾਂ। ਸਵਾਲ ਥੋੜਾ ਲੈਂਥੀ ਸੀ, मैं सोचा जो मैं लिखण च ही लेक्चर वेस्ट करता तो मैं समझाऊंगा कि इस करके इस सवाल ਨੂੰ मैं पहले ही ਇੱਥੇ ਜਿਹੜਾ ਹੈਗਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਇਹ ਸਵਾਲ ਜੋ ਹੈ ਵਿਦਿਆਰਥੀਓ ਸਾਡੇ ਕੋਲ ਇੱਕ ਆਇਤ ਚਿੱਤਰ ਦਾ ਸਵਾਲ ਹੈ। ਜੇਕਰ ਅਸੀਂ ਸਵਾਲ ਨੂੰ ਪੜਨ ਤੋਂ ਪਹਿਲਾਂ ਇਸ ਆਇਤ ਚਿੱਤਰ ਨੂੰ ਸਮਝਦੇ ਹਾਂ ਕਿ ਇਸ ਆਇਤ ਚਿੱਤਰ ਦੇ ਵਿੱਚ ਦਿੱਤਾ ਕੀ ਹੈ। ਦੇਖੋ ਵਿਦਿਆਰਥੀਓ, ਇਹ ਪੂਰਾ ਪ੍ਰਸ਼ਨ ਹੈ, ਠੀਕ ਹੈ ਜੀ। ਪ੍ਰਸ਼ਨ ਨੂੰ ਪੜੀਦਾ ਕਿਸ ਤਰੀਕੇ ਆ, ਇਹਨੂੰ ਪੜਨਾ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਸਾਡਾ ਕੰਮ ਹੈ ਇਸ ਆਇਤ ਚਿੱਤਰ ਨੂੰ ਜਿਹੜਾ ਹੈਗਾ ਆ ਧਿਆਨ ਦੇ ਨਾਲ ਪੜਨਾ। ਪਹਿਲਾਂ ਇਹ ਦੇਖੀਏ ਕਿ ਇਹ ਆਇਤ ਚਿੱਤਰ ਬਣਿਆ ਕਿਸ ਚੀਜ਼ ਦਾ ਆ, ਠੀਕ ਹੈ ਜੀ। ਅਸੀਂ ਦੇਖਿਆ ਕਿ ਇਹਦਾ ਇੱਕ ਧੁਰਾ ਜਿਹੜਾ ਹੈਗਾ ਆ ਉਹ ਉਚਾਈਆਂ ਸੈਂਟੀਮੀਟਰਾਂ ਵਿੱਚ ਦਿੱਤੀਆਂ ਹੋਈਆਂ ਆ, ਤੇ ਦੂਸਰੇ ਧੁਰੇ ਦੇ ਵਿੱਚ ਇਹਦੇ ਲੜਕੀਆਂ ਦੀ ਗਿਣਤੀ ਦਿੱਤੀ ਗਈ ਹੈ, ਠੀਕ ਹੈ ਜੀ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਇਹ ਆਇਤ ਚਿੱਤਰ ਹੈ ਇਹ ਸਾਨੂੰ ਲੜਕੀਆਂ ਦਾ ਵਰਗੀਕਰਨ ਕਰਨਾ ਸਿਖਾ ਰਿਹਾ ਹੈ ਉਹਨਾਂ ਦੀ ਉਚਾਈਆਂ ਦੇ ਆਧਾਰ ਤੇ, ਠੀਕ ਹੈ ਜੀ। ਮੰਨ ਲਓ ਇਹਦੇ ਵਿੱਚ ਆਪਾਂ ਕੀ ਦੇਖ ਰਹੇ ਹਾਂ, ਆਪਾਂ ਥੋੜਾ ਜਿਹਾ ਇਹਨੂੰ ਐਨਾਲਾਈਜ਼ ਕਰੀਏ। 125 ਤੋਂ ਲੈ ਕੇ 130 ਸੈਂਟੀਮੀਟਰ ਤੱਕ ਦੀ ਜਿਹੜੀ ਲੜਕੀਆਂ ਦੀ ਹਾਈਟ ਹੈ ਉਹਨਾਂ ਦੀ ਗਿਣਤੀ ਸਾਡੇ ਕੋਲ ਸਿਰਫ ਇੱਕ ਹੈ। ਇਦਾਂ ਦੀ ਸਿਰਫ ਇੱਕ ਲੜਕੀ ਹੀ ਕਲਾਸ ਦੇ ਵਿੱਚ ਹੈ ਜਿਹਦੀ ਹਾਈਟ ਜਿਹੜੀ 125 ਤੋਂ ਲੈ ਕੇ 130 ਸੈਂਟੀਮੀਟਰ ਦੇ ਵਿਚਕਾਰ ਲਾਈ ਕਰਦੀ ਹੋਏਗੀ। ਉਹਦੀ ਹਾਈਟ 122 123 124 125 126 127 ਕੁਝ ਵੀ ਹੋਏਗੀ, ਤੇ ਉਹ ਇਸ ਪਹਿਲੇ ਵਾਲੇ ਖਾਨੇ ਦੇ ਵਿੱਚ ਜਿਹੜਾ ਹੈਗਾ ਉਹ ਅੰਕਿਤ ਹੈ। ਇਸ ਕਰਕੇ ਅਸੀਂ ਇਹਦੀ ਸੰਖਿਆ ਨੂੰ ਇੱਥੇ ਟੌਪ ਦੇ ਉੱਤੇ ਲਿਖ ਦਿੰਦੇ ਆ ਕਿ ਇਹ ਹਾਈਟ ਜਿਹੜੀ ਹੈਗੀ ਆ ਕੇਵਲ ਇੱਕ ਲੜਕੀ ਦੀ ਹੈ। ਉਸ ਤੋਂ ਬਾਅਦ 130 ਤੋਂ ਲੈ ਕੇ 135 ਵਾਲਾ ਜਿਹੜਾ ਉਚਾਈ ਵਾਲਾ ਖਾਨਾ ਹੈ ਇਹ ਕਿੱਥੇ ਤੱਕ ਜਾਂਦਾ, 2 ਤੱਕ। ਇਹਦਾ ਮਤਲਬ ਇਹ ਹੋਇਆ ਕਿ ਕਲਾਸ ਦੇ ਵਿੱਚ 130 ਤੋਂ ਲੈ ਕੇ 135 ਸੈਂਟੀਮੀਟਰ ਦੀ ਹਾਈਟ ਵਾਲੀਆਂ ਕੁੱਲ 2 ਲੜਕੀਆਂ ਹਨ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਜਾਣਦੇ ਹਾਂ 135 ਤੋਂ ਲੈ ਕੇ 140 ਦੀ ਹਾਈਟ ਵਾਲੇ ਵਿੱਚ, ਉਹਦੇ ਵਿੱਚ ਅਸੀਂ ਨੋਟ ਕੀਤਾ ਕਿ ਸਾਡੇ ਕੋਲ ਅਜਿਹੀਆਂ 3 ਲੜਕੀਆਂ ਹਨ ਜਿਨ੍ਹਾਂ ਦੀ ਹਾਈਟ ਜਿਹੜੀ ਹੈ ਉਹ 135 ਤੋਂ 140 ਸੈਂਟੀਮੀਟਰ ਦੇ ਵਿਚਕਾਰ ਹੈ। 140 ਤੋਂ ਲੈ ਕੇ 145 ਦੇ ਵਿਚਕਾਰ ਜਿਹੜੀ ਹਾਈਟ ਹੈ ਉਹ 7 ਲੜਕੀਆਂ ਦੀ ਹੈ, ਠੀਕ ਹੈ ਜੀ। ਇਹਦਾ ਮਤਲਬ ਇਹ ਵਰਗ ਜਿਹੜਾ ਹੈਗਾ ਇਹ ਸਭ ਤੋਂ ਵੱਡਾ ਵਰਗ ਹੈ। ਇਸ ਵਰਗ ਦੇ ਵਿੱਚ 7 ਲੜਕੀਆਂ ਆਉਂਦੀਆਂ ਹਨ ਜਿਨ੍ਹਾਂ ਦੀ ਹਾਈਟ ਕੀ 140 ਤੋਂ ਲੈ ਕੇ 145 ਸੈਂਟੀਮੀਟਰ ਦੇ ਵਿਚਕਾਰ ਹੈ। 145 ਤੋਂ ਲੈ ਕੇ 145 ਤੋਂ ਲੈ ਕੇ 150 ਦੇ ਵਿਚਕਾਰ ਸਾਡੇ ਕੋਲ 4 ਲੜਕੀਆਂ ਹਨ। 150 ਤੋਂ ਲੈ ਕੇ 155 ਦੀ ਹਾਈਟ ਦੇ ਵਿਚਕਾਰ ਸਾਡੇ ਕੋਲ 2 ਲੜਕੀਆਂ ਹਨ, ਤੇ 155 ਤੋਂ ਲੈ ਕੇ 160 ਦੇ ਵਿਚਕਾਰ ਸਾਡੇ ਕੋਲ ਇੱਕ ਲੜਕੀ ਹੈ, ਠੀਕ ਹੈ ਜੀ। ਹੁਣ ਆਓ ਵਿਦਿਆਰਥੀਓ, ਪ੍ਰਸ਼ਨ ਪੜਨ ਤੋਂ ਪਹਿਲਾਂ ਅਸੀਂ ਆਪ ਇਸ ਗ੍ਰਾਫ ਨੂੰ ਐਨਾਲਾਈਜ਼ ਕਰੀਏ, ਠੀਕ ਹੈ ਜੀ। ਜੇ ਮੈਂ ਇੱਕ ਲੇਮੈਨ ਦੀ ਤਰ੍ਹਾਂ ਸੋਚਾਂ, ਇੱਕ ਆਮ ਆਦਮੀ ਦੀ ਤਰ੍ਹਾਂ ਸੋਚਾਂ ਕਿ ਮੇਰੇ ਸਾਹਮਣੇ ਇਹ ਗ੍ਰਾਫ ਰੱਖਿਆ ਗਿਆ ਤੇ ਮੈਂ ਕੀ ਵਿਚਾਰ ਵਟਾਂਦਰਾ ਕਰਾਂ। ਵਿਚਾਰ ਵਟਾਂਦਰਾ ਪਹਿਲਾਂ ਤਾਂ ਇਹ ਕਰਦੇ ਕਿ ਕਲਾਸ ਦੇ ਵਿੱਚ ਜਿਹੜੀ ਹੈਗੀ ਲੜਕੀਆਂ ਦੀ ਹਾਈਟ ਜਿਹੜੀ ਹੈ ਇੱਕੋ ਜਿਹੀ ਹੁੰਦੀ ਆ। ਇਹਦਾ ਮਤਲਬ ਇਸ ਗ੍ਰਾਫ ਦੇ ਵਿੱਚ ਸਾਨੂੰ ਲੜਕੀਆਂ ਦੀ ਉਮਰ ਨਹੀਂ ਦੱਸੀ ਗਈ। ਇਸ ਦਾ ਮਤਲਬ ਇਹ ਹੈ ਕਿ ਜਿਸ ਵੀ ਕਲਾਸ ਦੀ ਇਹ ਹੋਏਗੀ ਜਾਂ ਜਿਸ ਵੀ ਏਜ ਗਰੁੱਪ ਦੀਆਂ ਇਹ ਲੜਕੀਆਂ ਹੋਣਗੀਆਂ, ਉਹਨਾਂ ਲੜਕੀਆਂ ਦੇ ਵਿੱਚ ਸਭ ਤੋਂ ਵੱਧ ਰੁਝਾਨ ਜਿਹੜਾ ਹੈਗਾ 140 ਤੋਂ ਲੈ ਕੇ 145 ਸੈਂਟੀਮੀਟਰ ਦੀ ਹਾਈਟ ਦੇ ਵਿੱਚ ਸਭ ਤੋਂ ਵੱਧ 7 ਲੜਕੀਆਂ ਜਿਹੜੀਆਂ ਹੈਗੀਆਂ ਆ, ਤੇ ਵੱਧ ਹਾਈਟ ਵਾਲੀ ਤੇ ਘੱਟ ਹਾਈਟ ਵਾਲੀਆਂ ਸਾਡੇ ਕੋਲ ਇੱਕੋ ਜਿਹੀਆਂ ਲੜਕੀਆਂ ਨੇ। ਘੱਟ ਹਾਈਟ ਵਾਲੀ ਸਾਡੇ ਕੋਲ ਕੇਵਲ ਇੱਕ ਲੜਕੀ ਹੈ, ਤੇ ਵੱਧ ਹਾਈਟ ਯਾਨੀ ਕਿ 155 ਤੋਂ ਲੈ ਕੇ 160 ਸੈਂਟੀਮੀਟਰ ਦੀ ਹਾਈਟ ਜਿਹੜੀ ਹੈਗੀ ਆ ਉਹ ਵੀ ਸਾਡੇ ਕੋਲ ਕੇਵਲ ਇੱਕ ਲੜਕੀ ਹੀ ਹੈ। ਸੋ ਵਿਦਿਆਰਥੀਓ, ਇਹ ਹੈ ਸਾਡੇ ਆਇਤ ਚਿੱਤਰ ਦਾ ਰੁਝਾਨ ਜੋ ਕਿ ਅਸੀਂ ਇਸ ਆਇਤ ਚਿੱਤਰ ਨੂੰ ਦੇਖ ਕੇ ਸਮਝਿਆ ਹੈ ਪਹਿਲੀ ਨਜ਼ਰ ਦੇ ਵਿੱਚ। ਨੋ ਡਾਊਟ ਪ੍ਰਸ਼ਨ ਇੰਨੇ ਜ਼ਿਆਦਾ ਨਹੀਂ ਨੇ, ਠੀਕ ਹੈ ਜੀ, ਲੇਕਿਨ ਇਹਦੇ ਵਿੱਚੋਂ ਕੁਝ ਵੀ ਪ੍ਰਸ਼ਨ ਜਿਹੜੇ ਹੈਗੇ ਸਾਨੂੰ ਪੁੱਛੇ ਜਾ ਸਕਦੇ ਨੇ ਤੇ ਆਪਾਂ ਇਹਨਾਂ ਦਾ ਜਵਾਬ ਜਿਹੜਾ ਹੈਗਾ ਬੜੇ ਆਰਾਮ ਤੇ ਬੜੇ ਵਧੀਆ ਤਰੀਕੇ ਨਾਲ ਦੇ ਸਕਦੇ ਹਾਂ। ਚਲੋ ਆਓ ਵਿਦਿਆਰਥੀਓ, ਅਸੀਂ ਇਹਨਾਂ ਦਾ ਪਹਿਲਾ ਪ੍ਰਸ਼ਨ ਦੇਖਦੇ ਹਾਂ। ਇਸ ਆਇਤ ਚਿੱਤਰ ਦੁਆਰਾ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ, ਠੀਕ ਹੈ ਜੀ। ਦੇਖੋ ਵਿਦਿਆਰਥੀਓ, ਇਸ ਆਇਤ ਤੋਂ ਸਾਨੂੰ ਕੀ ਜਾਣਕਾਰੀ ਮਿਲੀ ਹੈ। ਇਸ ਆਇਤ ਚਿੱਤਰ ਦੇ ਵਿੱਚ ਲੜਕੀਆਂ ਦਾ ਵਰਗੀਕਰਨ ਕੀਤਾ ਗਿਆ ਉਹਨਾਂ ਦੀ ਉਚਾਈ ਦੇ ਆਧਾਰ ਤੇ। ਇਹਦਾ ਮਤਲਬ ਇਹ ਕੀ ਆ, ਇਹਦੇ ਵਿੱਚ ਹੈਗਾ ਜੀ ਲੜਕੀਆਂ ਦਾ ਵਰਗੀਕਰਨ
ਉਹਨਾਂ ਦੀ ਉਚਾਈ ਯਾਨੀ ਕਿ ਉਹਨਾਂ ਦੀ ਹਾਈਟ ਦੇ ਹਿਸਾਬ ਨਾਲ। ਠੀਕ ਹੈ ਜੀ, ਮੈਂ ਸ਼ਾਰਟਕਟ ਤਰੀਕੇ ਦੇ ਵਿੱਚ ਲਿਖਿਆ ਹੈ, ਤੁਸੀਂ ਇਸ ਨੂੰ ਆਪਣੇ ਇਲੈਬੋਰੇਟਡ ਫਾਰਮ 'ਚ ਲਿਖ ਸਕਦੇ ਹੋ। ਮੈਂ ਤਾਂ ਸਿਰਫ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਪ੍ਰਸ਼ਨ ਦਾ ਜਵਾਬ ਕੀ ਹੈ। ਲੜਕੀਆਂ ਦਾ ਵਰਗੀਕਰਨ ਉਹਨਾਂ ਦੀ ਉਚਾਈ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਉਹ ਕੀਤਾ ਗਿਆ ਹੈ, ਤੇ ਇਹ ਆਪਾਂ ਇਸ ਆਇਤ ਚਿੱਤਰ ਤੋਂ ਜਦੋਂ ਅਸੀਂ ਇਹਨੂੰ ਪੜ੍ਹਿਆ ਸੀਗਾ ਅਸੀਂ ਉਸੇ ਟਾਈਮ ਜਿਹੜੀ ਸੀਗੀ ਇਹ ਚੀਜ਼ ਵੇਖ ਲਈ ਸੀ। ਦੂਸਰੇ ਸਵਾਲ 'ਚ ਆਉਂਦੇ ਆ, ਕਿੰਨੀਆਂ ਲੜਕੀਆਂ ਦੀ ਉਚਾਈ 145 ਸੈਂਟੀਮੀਟਰ ਯਾਨੀ ਕਿ ਆ ਜਾਂ ਇਸ ਤੋਂ ਜ਼ਿਆਦਾ ਹੈ। ਦੇਖੋ 145 ਸੈਂਟੀਮੀਟਰ ਤੱਕ ਆ ਨਹੀਂ, 145 ਸੈਂਟੀਮੀਟਰ ਤੇ ਇਸ ਤੋਂ ਜ਼ਿਆਦਾ ਵਾਲੀਆਂ ਆ ਲੜਕੀਆਂ ਨੇ। ਠੀਕ ਹੈ ਜੀ, 145 ਜਾਂ ਇਸ ਤੋਂ ਜ਼ਿਆਦਾ ਸੈਂਟੀਮੀਟਰ, ਇਹਦਾ ਮਤਲਬ 4 ਤੇ 2 6 ਤੇ 7 ਲੜਕੀਆਂ ਜਿਹੜੀਆਂ ਹੈਗੀਆਂ ਆ ਸਾਡੇ ਕੋਲ ਇਦਾਂ ਦੀਆਂ ਨੇ ਜਿਨ੍ਹਾਂ ਦੀ ਹਾਈਟ 145 ਜਾਂ ਉਸ ਤੋਂ ਵੱਧ ਹੈ। ਕਿਸ ਵਰਗ ਵਿੱਚ ਸਭ ਤੋਂ ਵੱਧ ਲੜਕੀਆਂ ਹਨ? ਦੇਖੋ ਆਪਾਂ ਇਹ ਤਾਂ ਸਭ ਤੋਂ ਪਹਿਲੇ ਹੀ ਡਿਸਕਸ ਕਰ ਲਿਆ ਸੀਗਾ ਕਿ ਕਿਸ ਵਰਗ 'ਚ ਸਭ ਤੋਂ ਵੱਧ ਲੜਕੀਆਂ ਹਨ। 145 ਤੋਂ ਲੈ ਕੇ 140 ਤੋਂ ਲੈ ਕੇ 145 ਤੱਕ, 140 ਤੋਂ 145 ਸੈਂਟੀਮੀਟਰ ਦੀ ਜਿਹੜੀ ਹਾਈਟ ਵਾਲੀਆਂ ਵਰਗ ਹੈ ਉਹਦੇ ਵਿੱਚ ਲੜਕੀਆਂ ਜਿਹੜੀਆਂ ਹੈਗੀਆਂ ਸਭ ਤੋਂ ਵੱਧ ਲੜਕੀਆਂ ਸਾਡੇ ਕੋਲ ਹਨ। ਠੀਕ ਹੈ, ਫਿਰ ਉਸਨੇ ਕੀਤਾ ਜੇਕਰ ਲੜਕੀਆਂ ਨੂੰ ਹੇਠ ਲਿਖੀਆਂ 3 ਸ਼੍ਰੇਣੀਆਂ ਵਿੱਚ ਵੰਡਿਆ ਜਾਵੇ ਤਾਂ ਹਰੇਕ ਸ਼੍ਰੇਣੀ ਵਿੱਚ ਕਿੰਨੀਆਂ ਲੜਕੀਆਂ ਹੋਣਗੀਆਂ। ਹੁਣ ਤੁਸੀਂ ਕਿਹੜਾ ਹੇਠਾਂ ਤਾਂ ਸਰ ਕੁਝ ਲਿਖਿਆ ਨਹੀਂ ਹੋਇਆ, ਸੋ ਜਗ੍ਹਾ ਘੱਟ ਸੀਗੀ, ਹੁਣ ਮੈਂ ਇਹਨੂੰ ਇਰੇਜ਼ ਕਰਾਂਗਾ ਤੇ ਉਹ ਸਵਾਲ ਜਿਹੜਾ ਹੈਗਾ ਉੱਪਰ ਤੁਹਾਡੇ ਵਾਸਤੇ ਲਿਖਦਾ ਹਾਂ। ਸਾਡੇ ਕੋਲ ਇਹਨੂੰ ਥੋੜਾ ਇਰੇਜ਼ ਕਰ ਲਈਏ ਜੀ ਅਸੀਂ। ਉਸਨੇ ਸਾਨੂੰ ਥੋੜਾ ਜਿਹਾ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਸਾਨੂੰ। ਅਸੀਂ ਕੀ ਕਰ ਰਹੇ ਹਾਂ, ਉਹਨੇ ਕਿਹਾ ਕਿ ਹੇਠ ਲਿਖੀਆਂ, ਹੁਣ ਸਵਾਲ ਨੂੰ ਆਪੇ ਬਦਲ ਲਿਓ, ਮੈਂ ਹੇਠਾਂ ਲਿਖਿਆ ਤਾਂ ਲਿਖ ਮੈਂ ਉੱਪਰ ਰਿਹਾ ਆ ਤੇ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। 3 ਸ਼੍ਰੇਣੀਆਂ, ਕਿਹੜੀਆਂ ਸ਼੍ਰੇਣੀਆਂ ਜਿਹੜੀਆਂ ਹੈਗੀਆਂ ਉਹਨੇ ਵੰਡੀਆਂ ਹੈਗੀਆਂ ਆ। ਪਹਿਲੀ ਸ਼੍ਰੇਣੀ ਉਹਨੇ ਵੰਡੀ ਹੈਗੀ ਆ 150 ਸੈਂਟੀਮੀਟਰ ਜਾਂ ਇਸ ਤੋਂ ਵੱਧ। ਦੂਜੀ ਸ਼੍ਰੇਣੀ ਇਹਨੇ ਵੰਡੀ ਹੈਗੀ ਆ 140 ਤੋਂ ਜ਼ਿਆਦਾ ਠੀਕ ਹੈ ਜੀ। 140 ਤੋਂ ਜ਼ਿਆਦਾ ਦੇ ਵਿੱਚ 140 ਵੀ ਲਵਾਂਗੇ ਆਪਾਂ, 140 ਇੱਥੇ ਲਿਖ ਦੇਣਾ ਮੈਂ, ਚਲੋ ਦੁਬਾਰਾ ਲਿਖ ਲੈਂਦੇ ਆ ਇਹਨੂੰ। 140 ਜਾਂ ਸੈਂਟੀਮੀਟਰ ਹੈ ਜੀ, 140 ਸੈਂਟੀਮੀਟਰ ਤੋਂ ਵੱਧ। ਠੀਕ ਹੈ ਜੀ, ਤੇ ਤੀਸਰਾ ਜਿਹੜਾ ਸਵਾਲ ਹੈ ਉਹ ਹੈਗਾ ਜੀ 140 ਸੈਂਟੀਮੀਟਰ ਤੋਂ ਘੱਟ। ਦੇਖੋ ਉਹਨੇ ਕਿਹਾ ਜੇਕਰ ਲੜਕੀਆਂ ਨੂੰ ਹੇਠ ਲਿਖਿਆ 3 ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾ ਸਕੇ, ਮੈਂ ਫਿਰ ਸ਼ਬਦ ਬੋਲ ਰਿਹਾ ਹੇਠ ਲਿਖਿਆ, ਲਿਖ ਮੈਂ ਉੱਪਰ ਰਿਹਾ ਆ, ਤੁਸੀਂ ਸਮਝ ਲਈਓ। ਸ਼੍ਰੇਣੀਆਂ ਵਿੱਚ ਵੰਡਿਆ ਜਾਵੇ ਤਾਂ ਹਰੇਕ ਸ਼੍ਰੇਣੀ ਵਿੱਚ ਕਿੰਨੀਆਂ ਲੜਕੀਆਂ ਹੋਣਗੀਆਂ। 150 ਸੈਂਟੀਮੀਟਰ ਜਾਂ ਇਸ ਤੋਂ ਵੱਧ। ਇੱਧਰ ਆ ਜਾਓ ਜੀ, 150 ਸੈਂਟੀਮੀਟਰ ਆ ਰਿਹਾ, ਇਸ ਤੋਂ ਵੱਧ ਮਤਲਬ ਆ ਜਿਹੜਾ ਕੇਸ ਹੈ ਇਹ ਹੋਏਗਾ 2 ਤੇ 1 3। ਇਹ 3 ਬੱਚੇ ਜਿਹੜੇ ਹੈਗੇ ਇਹਦੇ ਵਿੱਚ ਆਉਣਗੇ। 140 ਜਾਂ 140 ਤੋਂ ਵੱਧ, ਆ 140 ਹੈ ਵਿਦਿਆਰਥੀਓ, ਤੇ ਇਹਦਾ ਮਤਲਬ ਇਹ ਸਾਰੇ ਕੇਸ ਆਣਗੇ ਇੱਧਰ ਵਾਲੇ। ਠੀਕ ਹੈ ਜੀ, ਕਿੰਨਾ ਆਏਗਾ 7 4 11, ਇੱਥੇ ਲਿਖ ਦਿੰਦੇ ਆਪਾਂ 7 ਜਮਾ 4 ਜਮਾ 2 ਜਮਾ 1 ਬਰਾਬਰ 7 4 11 12 13 1 14। ਠੀਕ ਹੈ ਜੀ, 14 ਵਿਦਿਆਰਥੀ ਜਿਹੜੇ ਹੈਗੇ ਨੇ, 14 ਲੜਕੀਆਂ ਜਿਹੜੀਆਂ ਹੈਗੀਆਂ ਉਹ ਇਸ ਕੈਟਾਗਰੀ 'ਚ ਆਣਗੀਆਂ। 140 ਸੈਂਟੀਮੀਟਰ ਤੋਂ ਘੱਟ, ਹੁਣ 140 ਤੋਂ ਘੱਟ ਆ ਵਾਲੇ ਦਿਨ ਆਣਗੇ। ਠੀਕ ਹੈ ਜੀ, 140 ਤੋਂ ਘੱਟ 3 ਜਮਾ 2 ਜਮਾ 1, 3 ਜਮਾ 2 ਜਮਾ 1 ਬਰਾਬਰ 3 ਤੇ 2 6 ਤੇ 1, ਸੌਰੀ 3 ਤੇ 2 5 ਤੇ 1 6। ਜਿਹੜੇ 6 ਲੜਕੀਆਂ ਨੇ ਉਹ ਇਸ ਕੈਟਾਗਰੀ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਆਉਣਗੀਆਂ। ਸੋ ਵਿਦਿਆਰਥੀਓ ਇਸ ਸਵਾਲ ਵਰਕਸ਼ੀਟ ਦੇ ਵਿੱਚ ਤੁਹਾਨੂੰ ਪਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਸੀਗਾ ਕਿ ਅਸੀਂ ਇੱਕ ਸਵਾਲ ਦੇ ਵਿੱਚੋਂ ਹੀ ਜਿੰਨਾ ਕੁ ਉਹਨਾਂ ਦਾ ਨਿਚੋੜ ਹੈਗਾ ਆ ਉਹਨੂੰ ਕੱਢ ਕੇ ਰੱਖ ਸਕੀਏ। ਠੀਕ ਹੈ, ਚਲੋ ਆਓ ਵਿਦਿਆਰਥੀਓ ਅਸੀਂ ਹੁਣ ਆਪਣੇ ਦੂਸਰੇ ਸਵਾਲ ਦੇ ਵੱਲ ਚੱਲੀਏ। ਦੂਸਰਾ ਸਵਾਲ ਜਿਹੜਾ ਹੈ ਸਾਡਾ ਉਹ ਥੋੜਾ ਜਿਹਾ ਇਹਦੇ ਨਾਲੋਂ ਥੋੜਾ ਨਹੀਂ ਬਹੁਤ ਸੌਖਾ ਹੋਏਗਾ। ਉਹਦੇ ਵਿੱਚ ਜਸਟ ਅਸੀਂ ਇੱਕ ਪਿਕਚਰ ਜਾਂ ਪਿਕਟੋਰੀਅਲ ਡਾਇਗਰਾਮ ਹੈ ਉਹਨੂੰ ਸਮਝਣਾ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਹਨੂੰ ਰੱਖਣਾ। ਇਹਦੇ ਵਿੱਚ ਮੈਂ ਕੀ ਕਰ ਰਿਹਾ, ਤੁਸੀਂ ਪੂਰਾ ਚੈਪਟਰ ਕੀਤਾ ਆ, ਤੁਸੀਂ ਆਪ ਅੰਦਾਜ਼ਾ ਲਗਾ ਲਓ। ਇਹ ਬਾਰੰਬਾਰਤਾ ਲਿਖਤੀ ਮੈਂ, ਇੱਥੇ ਮੈਂ 1 2 3 4 1 2 3 2 4 1 2, ਇੱਥੇ ਮੇਰੇ ਦੇਣਾ ਕਾਰ ਬਾਈਕ साइकिल। ठीक है जी, एक हो गया मिलान
चिन्ह। ठीक है, सिर्फ एक अंदाजा जिहड़ा मैं वो लगाया ਇਹਦੇ ਵਿੱਚ। ਤੇ ਦੂਸਰੇ ਦੇ ਵਿੱਚ ਮੈਂ ਕੀ ਕੀਤਾ, ਇੱਕ ਛੋਟਾ ਜਿਹਾ ਗ੍ਰਾਫ ਲਿਆ ਇਦਾਂ, ਬਰਾਬਰ ਮੋਟਾਈ ਦਾ ਹੋਣਾ ਚਾਹੀਦਾ। ਤੇ ਤੀਸਰਾ ਮੈਂ ਇਦਾਂ ਲਿਆ। ਠੀਕ ਹੈ ਵਿਦਿਆਰਥੀਓ, ਇਹ ਮੈਂ ਦੂਸਰੀ ਚੀਜ਼ ਆਪਣੇ ਬਣਾ ਦਿੱਤੀ ਹੈ। ਤੀਸਰੀ ਚੀਜ਼ ਜਿਹੜੀ ਹੈਗੀ ਆ ਉਹ थोड़ी छोटी करके बना लेंगे क्योंकि जगह साढ़े को घट है। इत्थे असी सेब, इत्थे असी बनाना वगैरह बना लीए, इत्थे पा स्टार्स, ये चीज बना ली है। ते पंजवें नंबर दे विच मैं एक छोटा जिहा एक होर डायग्राम बनाने की कोशिश करता। ठीक है जी, हुण ये मैं 3 पिक्टोरियल इधरले पासे मैं की कर रहा जी। नंबर 1 छड़ ग्राफ, नंबर 2 मिलान चिन्ह, नंबर 3 चित्र ग्राफ, नंबर 4 दोहरा छड़ ग्राफ। ठीक है जी, इधर भी 1 2 3 है, इनू मैं इधरले पासे लिख देना 1 2 3 ते 4। अच्छा, सवाल ये आ कि इन्हां दा असीं की करना है, मिलान करना है। ठीक है, इन्हां दा मिलान करो। ठीक है, मिलान हुण प्यारे विद्यार्थियों ਇਹ ਚੀਜ਼ ਨੂੰ ਅਸੀਂ ਪਹਿਲਾਂ ਬੜੇ ਵਧੀਆ ਤਰੀਕੇ ਨਾਲ ਕੀਤਾ ਹੋਇਆ। ਜਿਹੜਾ ਸਭ ਤੋਂ ਪਹਿਲਾ ਗ੍ਰਾਫ ਹੈ ਜਾਂ ਪਹਿਲੀ ਚੀਜ਼ ਹੈ ਛੜ ਗ੍ਰਾਫ। ਇਹਨਾਂ ਦੇ ਵਿੱਚੋਂ ਛੜ ਗ੍ਰਾਫ ਕੀ ਹੈ, ਦੋ ਨਜ਼ਰ ਆਉਂਦੇ ਨੇ, ਇੱਕ ਆ ਤੇ ਇੱਕ ਆ, ਇਹ ਦੋਵੇਂ ਛੜ ਗ੍ਰਾਫ ਨੇ। ਲੇਕਿਨ ਇਹਦੇ ਵਿੱਚ ਕੱਲੀ ਇੱਕ ਛੜ ਹੈ, ਇਹਦੇ ਵਿੱਚ ਦੋ ਛੜ ਹੈ, ਇਹਦਾ ਮਤਲਬ ਇਹ ਦੋਹਰਾ ਛੜ ਗ੍ਰਾਫ ਹੈ। ਠੀਕ ਹੈ ਜੀ, ਇਹਦਾ ਮਤਲਬ ਪਹਿਲੇ ਦਾ ਮਿਲਾਨ ਜਿਹੜਾ ਹੈਗਾ ਉਹ ਖਿੱਚਿਆ ਜਾਏਗਾ ਚੌਥੇ ਦੇ ਵਿੱਚ। ਠੀਕ ਹੈ ਜੀ, ਕੱਲਾ ਮਿਲਾਨ ਚਿੰਨ ਇਹਦੇ ਵਿੱਚ ਤਾਂ ਕਲੀਅਰ ਹੈ। ਮਿਲਾਨ ਚਿੰਨ ਇਹਨਾਂ ਵਿੱਚੋਂ ਕਿੱਥੇ ਨੇ, ਇੱਚੀ ਨੇ, ਇਹਦਾ ਮਤਲਬ ਆ ਸਾਡੇ ਕੋਲ ਮਿਲਾਨ ਚਿੰਨ ਤੇ ਬਾਰੰਬਾਰਤਾ ਵਾਲੀ ਸਾਰਣੀ ਆ ਗਈ ਹੈ। चित्र ग्राफ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਸਿਰਫ ਫੋਟੋਆਂ ਦੇ ਨਾਲ ਦਿਖਾਈ ਗਈ ਹੈ, ਨਾ ਕਿ ਆંકੜਿਆਂ ਦੇ ਨਾਲ, ਉਹ ਹੈ ਇਹ ਚੀਜ਼। ਠੀਕ ਹੈ ਜੀ, ਸੋ ਚਿੱਤਰ ਗ੍ਰਾਫ ਸਾਡੇ ਕੋਲ ਆ ਚੀਜ਼ ਆ ਗਈ। ਫਿਰ ਹੈ ਜੀ ਦੋਹਰਾ ਛੜ ਗ੍ਰਾਫ। ਦੋਹਰਾ ਛੜ ਗ੍ਰਾਫ ਸਾਨੂੰ ਨਜ਼ਰ ਆ ਰਿਹਾ ਜੀ, ਉਹ ਆ ਚੀਜ਼ ਹੈ ਸਾਡੇ ਕੋਲ। ਸੋ ਵਿਦਿਆਰਥੀਓ, ਇਹ ਮਿਲਾਨ ਚਿੰਨ ਕਰਵਾਉਣ ਦਾ ਮਤਲਬ ਸਿਰਫ ਤੁਹਾਨੂੰ ਇਹ ਨਹੀਂ ਹੈ ਕਿ ਇੱਕ ਪ੍ਰਸ਼ਨ ਹੱਲ ਕਰਵਾਉਣਾ ਹੈ। ਇਹਦੇ ਵਿੱਚ ਮੇਨ ਚੀਜ਼ ਇਹ ਵੀ ਹੈ ਕਿ ਇਹਦੇ ਬਾਰੇ ਦੱਸਣਾ ਵੀ ਹੈ, ਇਹਦੇ ਬਾਰੇ ਪਤਾ ਵੀ ਆਪਾਂ ਕਰਨਾ ਹੈ। ਕਿਵੇਂ ਪਤਾ ਕਰਨਾ ਹੈ ਕਿ ਆਪਾਂ ਇੱਕ ਵਾਰੀ ਰਿਵਾਈਜ਼ ਕਰ ਲਈਏ। ਛੜ ਗ੍ਰਾਫ ਕੀ ਚੀਜ਼ ਹੈ, ਜਿਹਦੇ ਵਿੱਚ ਆਪਾਂ ਇੱਕ ਸਾਡੇ ਕੋਲ ਕੁਆਂਟੀਟੀ ਹੁੰਦੀ, ਇੱਕ ਇਕਾਈ ਹੁੰਦੀ ਹੈ, ਜਿਹਨੂੰ ਆਪਾਂ ਛੜ ਦੇ ਰਾਹੀਂ ਜਿਹੜੀ ਹੈਗੀ ਆ ਉਹ ਆਪਣੇ ਗ੍ਰਾਫ ਦੇ ਵਿੱਚ ਅੰਕਿਤ ਕਰਦੇ ਹਾਂ। ਦੋਹਰੇ ਛੜ ਗ੍ਰਾਫ ਦੇ ਵਿੱਚ ਕੀ ਹੁੰਦਾ, ਜਦੋਂ ਦੋ ਕੁਆਂਟੀਟੀਜ਼ ਜਾਂ ਦੋ ਚੀਜ਼ਾਂ ਦਾ ਕੰਪੈਰੀਜ਼ਨ ਦਿੱਤਾ ਹੁੰਦਾ। ਠੀਕ ਹੈ ਜੀ, ਜਿਵੇਂ ਕਿ ਅਸੀਂ ਆਪਣੇ ਸਵਾਲਾਂ ਦੇ ਵਿੱਚ ਵੀ ਕੀਤਾ ਸੀ 2019-20 ਤੇ ਮੰਨ ਲਓ ਤੁਸੀਂ ਆਪਣੇ ਨੰਬਰਾਂ ਦਾ ਆਂਕਲਨ ਕਰਨਾ ਹੈ ਕਿ ਤੁਹਾਡੇ 9ਵੀਂ ਤੇ 10ਵੀਂ ਦੇ ਵਿੱਚ, 7ਵੀਂ ਤੇ 8ਵੀਂ ਦੇ ਵਿੱਚ, 6ਵੀਂ ਤੇ 7ਵੀਂ ਦੇ ਵਿੱਚ ਕਿੰਨੇ ਨੰਬਰ ਸੀਗੇ। ਠੀਕ ਹੈ, ਸਾਲ 2 ਸਾਲ ਹੋਏ ਜਾਂਦੇ, ਲੇਕਿਨ ਤੁਸੀਂ ਹੋ, ਤੁਹਾਡੇ ਹੀ ਆંકੜੇ ਨੇ ਉਹ। ਠੀਕ ਹੈ ਜੀ, ਲੇਕਿਨ 2 ਸਾਲਾਂ ਦੇ ਆંકੜੇ ਨੇ, ਉਹ ਫਿਰ ਦੋਹਰੇ ਗ੍ਰਾਫ ਦੇ ਨਾਲ ਜਿਹੜੇ ਹੈਗੇ ਉਹ ਦਰਸਾਏ ਜਾ ਸਕਦੇ ਆ। ਜਿਹੜਾ ਪਿਕਟੋਰੀਅਲ ਗ੍ਰਾਫ ਸੀਗਾ ਜੀ, ਉਹਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਉਹ 'ਚ ਆंकੜੇ ਦੇ ਉੱਤੇ ਸਿੱਧੀਆਂ ਪਿਕਚਰਸ ਬਣੀਆਂ ਹੁੰਦੀਆਂ ਤੇ ਪਿਕਚਰਸ ਦੇ ਰਾਹੀਂ ਮੈਂ ਦੱਸਣਾ ਹੁੰਦਾ ਕਿ ਇਹਦੇ ਵਿੱਚ 3 ਸੇਬ ਨੇ, 3 ਕੇਲੇ ਨੇ, ਇਹ 'ਚ 6 ਸਟਾਰ ਨੇ। ਠੀਕ ਹੈ ਜੀ, ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ, ਇਹਨਾਂ ਨੂੰ ਇੱਕ ਵਾਰੀ ਸਮਝਣਾ ਆ ਤੇ ਰੀਕੈਪਚੁਲੇਟ ਕਰਨ ਵਾਸਤੇ ਅਸੀਂ ਇਹਨੂੰ ਮਿਲਾਨ ਦੇ ਤੌਰ ਤੇ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ, ਤਾਂ ਕਿ ਵਿਦਿਆਰਥੀਆਂ ਨੂੰ ਇਹ ਚੀਜ਼ ਸਮਝ ਲੱਗ ਸਕੇ ਕਿ ਇਹ ਚੀਜ਼ ਹੁੰਦੀਆਂ ਕੀ ਨੇ, ਤੇ ਇਹਦੇ ਨਾਲ ਨਾਲ ਅਸੀਂ ਇਹਨਾਂ ਦੀ ਜਾਣਕਾਰੀ ਤੇ ਇਹਨਾਂ ਦੇ ਕਿੱਥੇ ਕਿੱਥੇ ਉਪਯੋਗ ਹੁੰਦਾ ਹੈ ਉਹ ਵੀ ਚੀਜ਼ ਆਪਾਂ ਕੀਤੀ ਹੈ। ਠੀਕ ਹੈ, ਚਲੋ ਆਓ ਜੀ ਆਪਾਂ ਹੁਣ ਚੱਲੀਏ ਆਪਣੇ ਨੈਕਸਟ ਸਮ ਦੇ ਵੱਲ। ਵਿਦਿਆਰਥੀਓ, ਜੋ ਵੀ ਅਸੀਂ ਹੁਣ ਇਸ ਵਰਕਸ਼ੀਟ ਦੇ ਵਿੱਚ ਸਮ ਕਰ ਰਹੇ ਹਾਂ, ਉਹਨਾਂ ਸਮਸ ਦਾ ਕਿਤੇ ਵੀ ਇਦਾਂ ਨਹੀਂ ਹੈ ਕਿ ਬਈ ਅਸੀਂ ਮਤਲਬ ਤੁਹਾਡਾ ਟੈਸਟ ਲੈ ਰਹੇ ਹਾਂ ਜਾਂ ਫਿਰ ਕੋਈ ਚੀਜ਼ ਹੈ, ਕਿਉਂਕਿ ਦੇਖੋ ਵਰਕਸ਼ੀਟ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਪੂਰਾ ਚੈਪਟਰ ਕਰ ਦਿੱਤਾ ਜਾਂਦਾ ਕਿ ਆਪਣੇ ਆਪ ਨੂੰ ਇਹ ਚੈੱਕ ਕਰਨਾ ਹੈ ਕਿ ਵੀ ਮੈਨੂੰ ਇਹ ਚੀਜ਼ ਸਮਝ ਲੱਗੀ ਕਿ ਨਹੀਂ ਲੱਗੀ, ਮੈਂ ਵਰਕਸ਼ੀਟ ਸੋਲਵ ਕਰਕੇ ਦੇਖਦਾ। ਜੇ ਮੇਰੇ ਕੋਲ ਇਹ ਵਰਕਸ਼ੀਟ ਸੋਲਵ ਹੋ ਗਈ ਤਾਂ ਵੈਲ ਐਂਡ ਗੁੱਡ ਹੈ, ਜੇ ਨਹੀਂ ਹੋਈ ਤਾਂ ਇਹਦਾ ਮਤਲਬ ਇਹ ਆ ਕਿ ਵੀ ਹਜੇ ਵੀ ਉਸ ਚੈਪਟਰ ਨੂੰ ਹੋਰ ਡੂੰਘਾਈ ਦੇ ਨਾਲ ਕਰਨ ਦੀ ਲੋੜ ਹੈ ਤਾਂ ਜੋ ਉਸ ਚੀਜ਼ ਨੂੰ ਹੋਰ ਤਰੀਕੇ ਨਾਲ ਸਮਝਿਆ ਜਾ ਸਕੇ। ਤੁਸੀਂ ਵਰਕਸ਼ੀਟ ਤੁਹਾਡੇ ਕੋਲ ਪਹਿਲਾਂ ਆ ਚੁੱਕੀ ਹੋਈ ਸੀ, ਤੁਸੀਂ ਉਹਨੂੰ ਆਪ ਟਰਾਈ ਕੀਤਾ ਹੋਵੇਗਾ। ਜਿਹੜੇ ਸਵਾਲ ਨਹੀਂ ਨਿਕਲੇ ਉਹਨਾਂ ਸਵਾਲਾਂ ਨੂੰ ਬੜੇ ਧਿਆਨ ਨਾਲ ਦੇਖੋ ਤੇ ਉਹਨੂੰ ਕਰਨ ਦੀ ਕੋਸ਼ਿਸ਼ ਕਰੋ। ਆਓ ਵਿਦਿਆਰਥੀਓ, ਅਸੀਂ ਆਪਣੇ ਤੀਸਰੇ ਸਵਾਲ ਦੇ ਵਿੱਚ ਚੱਲਦੇ ਹਾਂ। ਤੀਸਰੇ ਸਵਾਲ ਦੇ ਵਿੱਚ ਵਿਦਿਆਰਥੀਓ ਸਾਡੇ ਕੋਲ ਡਾਟਾ ਦਿੱਤਾ ਹੋਇਆ ਮਿਲਾਨ ਚਿੰਨ ਕਰੋ ਦਾ। ਠੀਕ ਹੈ ਜੀ, ਮੈਂ ਕੀ ਕਰਦਾ, ਮੈਂ ਸਭ ਤੋਂ ਪਹਿਲੇ ਇੱਥੇ ਨੰਬਰ ਲਿਖਦਾ ਆ। ਠੀਕ ਹੈ ਜੀ, ਉਸ ਤੋਂ ਬਾਅਦ ਮੈਂ ਕਰਦਾ ਉਹਦੇ ਵਿੱਚ ਇਹਨੇ ਦਿੱਤਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਕਿਸੇ ਫੈਕਟਰੀ ਦੇ ਵਿੱਚ, ਕਿਸੇ ਫੈਕਟਰੀ ਦੇ 22 ਮਜ਼ਦੂਰਾਂ ਦੀ
हफ्ते दी आमदन इस प्रकार है। हाँ जी, किस प्रकार है जी, इत्थे आपां लिखनी शुरू करते हैं जी। सब तो पहले दी 1040, 1025, 1060, 1045, 1015, फिर आंदी है जी 1035, 980, 1050, 940, 985, 1055, 995, 1020, 1045, 965, 1020, 1045, 965, 990, 1030, 1070 ਅਤੇ 995 ਜੋ ਹੈ ਇਹ ਕਿਸੇ ਫੈਕਟਰੀ ਦੇ 22 ਮਜ਼ਦੂਰਾਂ ਦੀ ਇੱਕ ਹਫ਼ਤੇ ਦੀ ਜਿਹੜੀ ਹੈਗੀ ਆ ਉਹ ਸੈਲਰੀ ਆ। ਅੱਛਾ ਪਿਆਰੇ ਵਿਦਿਆਰਥੀਓ, ਜਿਹੜੀ ਇੱਕ ਹਫ਼ਤੇ ਦੀ ਇਹਨਾਂ ਦੀ ਸੈਲਰੀ ਆ, ਇਸ ਨੂੰ ਉਹਨੇ ਕਿਹਾ ਆ ਕਿ ਇਸ ਪੂਰੇ ਆંકੜਿਆਂ ਦੀ ਜਿਹੜੀ ਸੂਚੀ ਸਾਨੂੰ ਦਿੱਤੀ ਗਈ ਆ, ਇਸ ਸੂਚੀ ਦੀ ਅਸੀਂ ਬਾਰੰਬਾਰਤਾ ਸਾਰਣੀ ਬਣਾਉਣੀ ਆ। ਠੀਕ ਹੈ ਜੀ। ਅੱਛਾ ਵਿਦਿਆਰਥੀਓ, ਬਾਰੰਬਾਰਤਾ ਸਾਰਣੀ ਅਸੀਂ ਕਿਵੇਂ ਬਣਾਉਂਦੇ ਆ, ਸਾਨੂੰ ਇਸ ਚੀਜ਼ ਦਾ ਪੂਰੀ ਨੌਲੇਜ ਹੈ। ਅਸੀਂ ਕੀ ਕਰਦੇ ਤੇ ਦੁਬਾਰਾ ਥੋੜੀ ਉਸ ਨੌਲੇਜ ਨੂੰ ਰੀਕੈਪਚੁਲੇਟ ਕਰਦੇ ਆ। ਅਸੀਂ ਇਧਰਲੇ ਪਾਸੇ ਗਰੁੱਪ ਬਣਾ ਲਾਂਗੇ, ਇੱਧਰ ਮਿਲਾਨਚਨ ਕਰ ਲਾਂਗੇ। ਠੀਕ ਹੈ ਜੀ। ਇਹਦੇ ਵਿੱਚ ਜਿਹੜੇ ਗਰੁੱਪ ਅਸੀਂ ਕਰਾਂਗੇ ਉਹ ਕੀ ਕਰਾਂਗੇ, ਅਸੀਂ ਮਜ਼ਦੂਰਾਂ ਦੇ ਵਿੱਚ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਘੱਟ ਆਮਦਨ ਲੱਭਣੀ ਹੈ। ਮੈਨੂੰ 965 ਨਜ਼ਰ ਆ ਰਹੀ ਹੈ। ਠੀਕ ਹੈ ਜੀ। ਤੇ ਸਭ ਤੋਂ ਵੱਧ ਦੇ ਵਿੱਚ ਕਰੀਏ ਤਾਂ 1070 ਜਿਹੜੀ ਨਜ਼ਰ ਆ ਰਹੀ ਹੈ। ਤੇ ਕਿਉਂਕਿ ਇਹਨੇ ਮੈਨੂੰ ਸਪੈਸੀਫਾਈ ਨਹੀਂ ਕੀਤਾ, ਆਮ ਤੌਰ ਤੇ ਸਵਾਲ ਦੇ ਉੱਤੇ ਲਿਖਿਆ ਹੁੰਦਾ ਕਿ ਤੁਸੀਂ ਮਿਲਾਨਚਨ ਦਾ ਵਰਗ ਅੰਤਰਾਲ ਜਿਹੜਾ ਹੈਗਾ ਉਹ ਕੀ ਲੈਣਾ ਹੈਗਾ ਆ। ਠੀਕ ਹੈ ਜੀ। ਮੈਂ ਇੱਥੇ ਜਿਹੜਾ ਹੈਗਾ ਉਹ 20 ਦਾ ਵਰਗ ਅੰਤਰਾਲ ਜਿਹੜਾ ਹੈਗਾ ਚੂਜ਼ ਕਰਨਾ। ਜਿਹੜੀ ਸਭ ਤੋਂ ਛੋਟੀ ਚੀਜ਼ ਹੈ 965 ਉਹ ਵਿੱਚ ਆਣੀ ਚਾਹੀਦੀ ਹੈ। ਇਸ ਕਰਕੇ ਮੈਂ ਕੀ ਕਰਦਾ 960 ਤੋਂ ਲੈ ਕੇ 980, 980 ਤੋਂ ਲੈ ਕੇ, ਹਾਂਜੀ ਸ਼ਾਬਾਸ਼, 1000, 1000 ਤੋਂ ਲੈ ਕੇ 1020, 1020 ਤੋਂ ਲੈ ਕੇ 1000, ਸ਼ਾਬਾਸ਼ 40, 1040 ਤੋਂ ਲੈ ਕੇ 1060, 1060 ਤੋਂ ਲੈ ਕੇ 1080 ਤੱਕ ਜਿਹੜੀ ਹੈਗੀ ਆ ਮੈਂ ਇਹਦੀ ਜਿਹੜੀ ਹੈਗੀ ਵਰਗ ਅੰਤਰਾਲ ਚੂਜ਼ ਕਰ ਲਈ। ਇਸ ਤੋਂ ਬਾਅਦ ਦੂਜੇ ਨੰਬਰ ਦੇ ਵਿੱਚ ਮੈਂ ਇਹਦੇ ਮਿਲਾਨਚਿੰਨ ਜਿਹੜੇ ਹੈਗੇ ਆ ਉਹ ਲਿਖਾਂਗਾ ਜੀ। ਤੇ ਤੀਜੇ ਨੰਬਰ 'ਚ ਉਹਦੀ ਮੈਂ ਬਾਰੰਬਾਰਤਾ ਸਾਰਣੀ ਜਿਹੜੀ ਹੈਗੀ ਉਹ ਬਣਾਵਾਂਗਾ, ਕਿਉਂਕਿ ਮੇਰਾ ਜਿਹੜਾ ਪ੍ਰਸ਼ਨ ਉਹਨੇ ਮੈਨੂੰ ਪੁੱਛਿਆ, ਉਹਨੇ ਮੈਨੂੰ ਇਹੀ ਕਿਹਾ ਕਿ ਮਿਲਾਨਚਿੰਨ ਦੀ ਮਦਦ ਦੇ ਨਾਲ ਉਹਦੀ ਬਾਰੰਬਾਰਤਾ ਸਾਰਣੀ ਬਣਾਓ। ਠੀਕ ਹੈ। ਅੱਛਾ ਵਿਦਿਆਰਥੀਓ, ਹੁਣ ਇਹਨੂੰ ਬੜੇ ਧਿਆਨ ਦੇ ਨਾਲ ਤੇ ਸਮਝ ਕੇ ਕਰਦੇ ਆ। 1040 ਦੇਖੋ ਲੋਅਰ ਲਿਮਿਟ ਲੈਣੀ ਆ, ਇੱਥੇ ਨਹੀਂ ਆਏਗਾ 1040, ਇੱਥੇ ਆਏਗਾ 1025, ਇਹ ਆਏਗਾ 20, 1060 ਇਹ ਹੇਠ ਵਿੱਚ ਆਏਗਾ, 1045 40 ਤੋਂ ਉੱਪਰ ਹੈ, 1015 ਇੱਥੇ ਆਏਗਾ ਜੀ 1000, 1035 ਇੱਥੇ ਆਏਗਾ ਜੀ, 980 ਹੇਠ ਵਿੱਚ ਆਏਗਾ ਜੀ, 1050 ਇਹਦੇ ਵਿੱਚ ਆਏਗਾ ਜੀ, 940 ਇਹ ਪਿਆਰੇ ਵਿਦਿਆਰਥੀਓ ਇਹ 940 ਨਹੀਂ 990 ਸੌਰੀ 990 ਜਿਹੜਾ ਹੈਗਾ ਵਿਦਿਆਰਥੀਓ ਇਹ ਆਏਗਾ ਜੀ ਇੱਥੇ, 985 ਇਹ ਵੀ ਸਾਡੇ ਕੋਲ ਇੱਧਰ ਹੈ ਜੀ। ਨੈਕਸਟ ਹੈ ਜੀ 1055 ਇਹ ਆਏਗਾ ਜੀ ਇੱਧਰ, 995 ਇਹ ਆਏਗਾ ਜੀ ਇੱਥੇ, 1020 ਇਹ ਇੱਧਰ ਆਏਗਾ ਜੀ। ਹੁਣ 1045 ਇਹ ਇੱਧਰ ਆਏਗਾ, ਦੇਖੋ 4 ਪੂਰੇ ਹੋ ਗਏ, ਕ੍ਰਾਸ ਕਰ ਦਿੱਤਾ ਹूं। 965 ਇਹ ਆਏਗਾ ਵਿਦਿਆਰਥੀਓ ਇੱਧਰ 965। ਉਸ ਤੋਂ ਬਾਅਦ ਆ ਗਿਆ ਜੀ 1020 ਇਹ ਆਏਗਾ ਜੀ ਇੱਧਰ, 1045 ਆਏਗਾ ਜੀ ਇੱਥੇ, 965 ਇਹ ਵੀ ਆਏਗਾ ਜੀ ਇੱਧਰ, 990 ਇਹ ਆਏਗਾ ਵਿਦਿਆਰਥੀਓ ਇਸ ਜਗ੍ਹਾ, 1030 ਇਹ ਆਏਗਾ ਵਿਦਿਆਰਥੀਓ ਇਸ ਜਗ੍ਹਾ, 1070 ਜਿਹੜਾ ਹੈਗਾ ਵਿਦਿਆਰਥੀਓ ਇੱਧਰ ਆਏਗਾ ਜੀ, 995
ਇਹ ਵਿਦਿਆਰਥੀਓ ਇਸ ਤਰੀਕੇ ਨਾਲ ਆਏਗਾ। ਸੋ ਇਹ ਵਿਦਿਆਰਥੀਓ ਸਾਡੇ ਮਿਲਾਨ ਚਿੰਨ ਜਿਹੜੇ ਹੈਗੇ ਲਾਗੇ ਨੇ, ਇਹਨਾਂ ਦੀ ਗਿਣਤੀ ਦੇਖਦੇ ਬਾਰੰਬਾਰਤਾ ਕੀ ਬਣਦੀ ਆ 2 5 ਤੇ 1 6, ਇਹ ਬਣੇਗਾ 1, ਇਹ ਬਣਿਆ ਜੀ 5 ਸਾਡੇ ਕੋਲ, ਇਹ ਬਣੇਗਾ ਜੀ 5 ਤੇ 1 6, ਇਹ ਬਣਿਆ ਜੀ 2। ਠੀਕ ਹੈ ਜੀ, ਇਹਦੀ ਕਾਊਂਟਿੰਗ ਕਰਕੇ ਦੇਖਦੇ ਆ 6 ਤੇ 2 8, 8 ਤੇ 1 9, 9 ਤੇ 1 10, 10 ਤੇ 10 20 ਤੇ 2 22। ਇਹ ਸਾਡੇ ਕੋਲ ਵਿਦਿਆਰਥੀਓ ਸਾਡੇ ਕੋਲ ਕੰਪਲੀਟ ਜਿਹੜੀ 22 ਮਜ਼ਦੂਰਾਂ ਦੀ ਬਾਰੰਬਾਰਤਾ ਸਾਰਣੀ ਜਿਹੜੀ ਹੈਗੀ ਆ ਉਹ ਸਾਡੇ ਕੋਲ ਤਿਆਰ ਹੋ ਗਈ ਆ। ਤੇ ਇਸ ਬਾਰੰਬਾਰਤਾ ਸਾਰਣੀ ਤੋਂ ਸਾਨੂੰ ਪਤਾ ਕੀ ਲੱਗਦਾ ਹੈ? ਪਤਾ ਇਹ ਲੱਗਦਾ ਵਿਦਿਆਰਥੀਓ ਕਿ 960 ਤੋਂ ਲੈ ਕੇ 980 ਦੇ ਵਿਚਕਾਰ ਸਿਰਫ 2 ਮਜ਼ਦੂਰ ਇਦਾਂ ਦੇ ਨੇ ਜਿਨ੍ਹਾਂ ਦੀ ਤਨਖਾਹ ਇੱਦੀ ਆ। ਤੇ ਜਾਂ ਫਿਰ ਇਹਦਾ ਸਿੱਧਾ ਕੁਐਸਚਨ ਕਰਦਾ ਹੈ ਕਿ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਕਿੰਨੇ ਮਜ਼ਦੂਰ ਨੇ, ਯਾਨੀ ਕਿ 1060 ਤੇ 1080 ਜਿਹੜੀ ਹੈਗੀ ਜਿਨ੍ਹਾਂ ਦੀ ਸੈਲਰੀ ਹੈਗੀ ਉਹਦੇ ਸਿਰਫ 2 ਮਜ਼ਦੂਰ ਨੇ, ਤੇ ਸਭ ਤੋਂ ਘੱਟ ਸੈਲਰੀ ਲੈਣ ਵਾਲੇ ਵੀ ਸਾਡੇ ਕੋਲ 2 ਮਜ਼ਦੂਰ ਨੇ। ਠੀਕ ਹੈ ਵਿਦਿਆਰਥੀਓ, ਚਲੋ ਆਓ ਅਸੀਂ ਹੁਣ ਆਪਣੇ ਅਗਲੇ ਸਵਾਲ ਜਿਹੜੇ ਹੈਗੇ ਉਹਦੇ ਵੱਲ ਮੂਵ ਕਰਦੇ ਹਾਂ, ਅਗਲੇ ਸਵਾਲ ਵੱਲ ਚੱਲੀਏ। ਅਗਲਾ ਸਵਾਲ ਵਿਦਿਆਰਥੀਓ ਸਾਡੇ ਕੋਲ ਹੈ ਕਿ ਸਾਨੂੰ ਇੱਕ ਗੋਲ ਨਕਸ਼ਾ ਦਿੱਤਾ ਹੋਇਆ ਜੀ। ਇਸ ਗੋਲ ਨਕਸ਼ੇ ਦੇ ਵਿੱਚ ਉਹਨੇ ਮੈਨੂੰ ਕੋਣ ਦਿੱਤੇ ਹੋਏ ਆ ਜੀ, ਕੋਣ ਦਿੱਤੇ ਹੋਏ ਆ ਜੀ। ਆ ਹੈਗਾ ਕਹਿੰਦਾ 50 ਡਿਗਰੀ ਦਾ ਕੋਣ, ਆ ਜਿਹੜਾ ਹੈਗਾ ਜੀ ਇਹ ਹੈਗਾ ਜੀ ਮੇਰੇ ਕੋਲ 60 ਡਿਗਰੀ ਦਾ ਕੋਣ, ਇਹ ਮੇਰੇ ਕੋਲ ਹੈ ਜੀ 130 ਡਿਗਰੀ ਦਾ ਕੋਣ, ਤੇ ਆ ਮੇਰੇ ਕੋਲ ਹੈ ਜੀ 120 ਡਿਗਰੀ ਦਾ ਕੋਣ। ਠੀਕ ਹੈ ਜੀ, ਇਹਨੂੰ ਤੁਸੀਂ ਕਾਊਂਟ ਕਰਕੇ ਦੇਖੋ, ਇਹ ਹੋ ਜਾਏਗਾ ਜੀ 110, ਇਹ ਹੋ ਜਾਏਗਾ ਜੀ ਆਪਣੇ ਕੋਲ 250 ਤੇ ਟੋਟਲ ਹੋ ਜਾਏਗਾ 360। ਇਹ ਹੈਗਾ ਜੀ ਯੈਲੋ ਯਾਨੀ ਕਿ ਪੀਲਾ ਰੰਗ, ਇਹ ਹੈਗਾ ਜੀ ਲਾਲ ਰੰਗ, ਇਹ ਹੈਗਾ ਜੀ ਸਾਡੇ ਕੋਲ ਨੀਲਾ ਰੰਗ, ਤੇ ਇਹ ਹੈਗਾ ਸਾਡੇ ਕੋਲ ਹਰਾ ਰੰਗ। ਠੀਕ ਹੈ ਵਿਦਿਆਰਥੀਓ, 36 ਵਿਦਿਆਰਥੀਆਂ ਦੇ ਇਹਦੇ ਵਿੱਚ ਆਪਾਂ ਪ੍ਰਸ਼ਨ ਲਿਖ ਲਈਏ। ਇਹ ਹੈ ਵਿਦਿਆਰਥੀਓ 36 ਵਿਦਿਆਰਥੀਆਂ ਦੀ ਇੱਕ ਜਮਾਤ ਵਿੱਚ ਵੱਧ ਤੋਂ ਵੱਧ ਰੰਗਾਂ ਨੂੰ ਪਸੰਦ ਕਰਨ ਵਾਲੇ ਵਿਦਿਆਰਥੀਆਂ ਦੀ ਸੂਚਨਾ ਦਿੱਤੀ ਗਈ ਹੈ। ਠੀਕ ਹੈ ਜੀ, ਇਸ ਸੂਚਨਾ ਦੇ ਆਧਾਰ ਤੇ ਵਿਦਿਆਰਥੀਓ ਅਸੀਂ ਇਹਦੇ ਪ੍ਰਸ਼ਨਾਂ ਦੇ ਜਵਾਬ ਦੇਣੇ ਆ। ਠੀਕ ਹੈ ਜੀ, ਪ੍ਰਸ਼ਨ ਦੇ ਜਵਾਬ ਕੀ ਆ? ਪਹਿਲਾ ਪ੍ਰਸ਼ਨ ਹੈ ਇਸ ਦਾ, ਨੀਲੇ ਰੰਗ ਪਸੰਦ ਕਰਨ ਵਾਲੇ ਨੀਲਾ ਰੰਗ ਪਸੰਦ ਕਰਨ ਵਾਲੇ ਵਿਦਿਆਰਥੀਆਂ ਦੀ ਕੀ ਸੰਖਿਆ ਹੈ? ਨੀਲਾ ਰੰਗ ਪਸੰਦ ਕਰਨ ਵਾਲੇ ਵਿਦਿਆਰਥੀਆਂ ਦੀ ਕੀ ਸੰਖਿਆ ਹੈ ਅਤੇ ਉਹ ਲਾਲ ਰੰਗ ਪਸੰਦ ਕਰਨ ਵਾਲੇ ਵਿਦਿਆਰਥੀਆਂ ਤੋਂ ਕਿੰਨੀ ਵੱਧ ਹੈ। ਠੀਕ ਹੈ ਵਿਦਿਆਰਥੀਓ, ਇਸ ਸਵਾਲ ਦੇ 2 ਹਿੱਸੇ ਹਨ। ਪਹਿਲਾ ਹਿੱਸਾ ਤਾਂ ਮੈਂ ਕਰਾਂਗਾ, ਦੂਸਰਾ ਹਿੱਸਾ ਜਿਹੜਾ ਹੈਗਾ ਉਹ ਤੁਸੀਂ ਆਪ ਕਰੋਗੇ। ਦੂਸਰਾ ਹਿੱਸਾ ਕੀ ਹੈ ਉਹ ਮੈਂ ਲਾਸਟ ਵਿੱਚ ਤੁਹਾਨੂੰ ਡਿਕਟੇਟ ਕਰਾਵਾਂਗਾ। ਪਹਿਲੇ ਹਿੱਸੇ ਦੇ ਵਿੱਚ ਆਪਾਂ ਦੇਖਦੇ ਹਾਂ ਨੀਲਾ ਰੰਗ ਪਸੰਦ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਕੀ ਹੈ ਤੇ ਉਹ ਲਾਲ ਰੰਗ ਪਸੰਦ ਕਰਨ ਵਾਲੇ ਵਿਦਿਆਰਥੀਆਂ ਤੋਂ ਕਿੰਨੀ ਵੱਧ ਹੈ। ਉਹਨੇ ਮੇਰੇ ਕੋਲ 2 ਗੱਲਾਂ ਕੀਤੀਆਂ, ਪਹਿਲਾ ਨੀਲਾ ਰੰਗ ਤੇ ਦੂਸਰਾ ਲਾਲ ਰੰਗ। ਠੀਕ ਹੈ ਜੀ, ਨੀਲੇ ਰੰਗ ਦੇ ਜਿਹੜੇ ਵਿਦਿਆਰਥੀ ਹੈਗੇ ਨੇ, ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਗੱਲ ਕਰਦਾ ਕਿ ਨੀਲੇ ਰੰਗ ਦੇ ਵਿਦਿਆਰਥੀ ਕਿਵੇਂ ਕੱਢੇ ਜਾ ਸਕਦੇ ਨੇ, ਨੀਲੇ ਰੰਗ ਵਾਲੇ। ਠੀਕ ਹੈ ਜੀ, ਕਿਉਂਕਿ ਇਹ ਕੋਣ ਦਿੱਤੇ ਹੋਏ ਨੇ, ਇਹਨਾਂ ਕੋਣਾਂ ਦੀ ਜਿਹੜੀ ਹੈਗੀ ਆਪਾਂ ਨੂੰ ਜਿਹੜੀ ਕਨਵਰਟ ਕਰਨਾ ਆਉਂਦਾ, ਇਹਨਾਂ ਦੀ ਸੰਖਿਆ ਦੇ ਵਿੱਚ ਕਿਵੇਂ ਕਨਵਰਟ ਕਰੀਦਾ। ਜਿਹੜਾ ਸੈਂਟਰਲ ਐਂਗਲ ਹੈ, ਜਿਹੜਾ ਮੱਧ ਐਂਗਲ, ਕੇਂਦਰ ਐਂਗਲ ਜਿਹੜਾ ਸਾਨੂੰ ਦਿੱਤਾ, ਕੋਣ ਦਿੱਤਾ, ਕੇਂਦਰ ਕੋਣ ਦਿੱਤਾ ਗਿਆ ਬਟਾ ਕੁੱਲ ਕੋਣ ਮਤਲਬ ਟੋਟਲ ਕੋਣ ਕਿੰਨਾ ਹੁੰਦਾ 360 ਡਿਗਰੀ ਗੁਣਾ, ਦੇਖੋ ਕਿੰਨੇ ਵਿਦਿਆਰਥੀ ਨੇ 36, ਇਹਦਾ ਮਤਲਬ ਗੁਣਾ ਕਿੰਨਾ ਹੋ ਜਾਏਗਾ
36। ठीक है जी, यदि कटिंग करो 36 एकम 36 10 आ गया, क्योंकि 36 में 36 कटे 10 ਨਾਲ 10 कटे बराबर कितने आ गए 13 विद्यार्थी ਜਿਹੜੇ ਹੈਗੇ ਨੇ ਉਹ ਕਿਹੜੇ ਨੇ नीला रंग पसंद करने वाले। ठीक है बच्चों, उस तो बाद ਅਸੀਂ ਆਨੇ ਆ ਜੀ नेक्स्ट ਉਹਨੇ ਕੀ किया जी, नीला रंग पसंद करने वाले आ गए। उस तो बाद दूसरा सी लाल रंग वाले मैं सीधे लिख देना रेड कलर वाले किहड़े आ 60 केंद्र कोण 60 है, कुल कोण 360 है, गुणा जिहड़ा हैगा विद्यार्थी 36 ने 36 ने, फिर कटिंग हो गई बराबर कितना आया 6। लाल रंग पसंद करने वाले 6 विद्यार्थी ने, नीला रंग पसंद करने वाले 13 विद्यार्थी ने। उन्हें यह पूछा कि किन्ने विद्यार्थी ने ਜਿਹੜੇ ਕਿੰਨੇ ਵੱਧ ਵਿਦਿਆਰਥੀ ਨੇ ਜਿਹੜੇ ਨੀਲੇ ਰੰਗ ਵਾਲੇ ਜਿਹੜੇ ਲਾਲ ਰੰਗ ਨੂੰ ਪਸੰਦ ਮਤਲਬ ਕਰਦੇ ਨੇ, ਨੀਲੇ ਰੰਗ ਵਾਲਿਆਂ ਦੀ ਲਾਲ ਰੰਗ ਵਾਲਿਆਂ ਦੇ ਵਿਚਕਾਰ ਵੱਧ ਦੱਸਣੇ ਕਿ ਕਿਹੜੇ ਕਿੰਨੇ ਵੱਧ ਨੇ। ਇਹਦਾ ਮਤਲਬ ਨੀਲੇ ਰੰਗ ਵਾਲੇ ਬਲੂ ਕਲਰ ਵਾਲੇ ਮਾਈਨਸ ਰੈੱਡ ਕਲਰ ਵਾਲੇ, ਇਹ ਬਰਾबर ਆ ਗਿਆ ਜੀ 13 - 6 ਬਰਾबर 7 ਜਿਹੜਾ ਹੈਗਾ ਆ ਤੁਹਾਡੇ ਕੋਲ ਇਹਦਾ ਉੱਤਰ ਜਿਹੜਾ ਹੈਗਾ ਆ ਇਸ ਸਵਾਲ ਦਾ ਆਏਗਾ। ਇਹਦੇ ਵਿੱਚ ਸਾਡੇ ਕੋਲ ਕਿਵੇਂ ਆਏਗਾ ਜੀ 13 ਵਿਦਿਆਰਥੀ ਆਪਣੇ ਕੋਲ ਸੀਗੇ ਨੀਲੇ ਰੰਗ ਵਾਲੇ, ਲਾਲ ਰੰਗ ਵਾਲੇ ਵਿਦਿਆਰਥੀ ਸੀਗੇ 6। सवाल ਉਹਦਾ ਸੀਗਾ ਕਿ ਨੀਲੇ ਰੰਗ ਪਸੰਦ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਪਤਾ ਕਰੋ, 13 ਆ ਗਈ। ਉਹ ਲਾਲ ਰੰਗ ਪਸੰਦ ਕਰਨ ਵਾਲੇ ਵਿਦਿਆਰਥੀਆਂ ਤੋਂ ਕਿੰਨੀ ਵੱਧ ਹੈ, ਲਾਲ ਰੰਗ ਵਾਲੇ 6 ਸੀਗੇ ਤੇ ਕਿੰਨੇ ਵੱਧ ਨੇ 13 - 6 ਬਰਾबर 7। ਠੀਕ ਹੈ, ਸੋ ਪਿਆਰੇ ਵਿਦਿਆਰਥੀਓ ਇਹਦੇ ਨਾਲ ਦਾ ਇੱਕ ਸਵਾਲ ਹੋਰ ਹੈ, ਮੈਂ ਚਾਹਨਾ ਹੈ ਕਿ ਉਹ ਤੁਸੀਂ ਆਪ ਕਰੋ। ਉਹ ਸਵਾਲ ਕੀ ਹੋਏਗਾ ਕਿ ਤੁਸੀਂ ਇਹ ਪਤਾ ਕਰਕੇ ਦੱਸਣਾ ਹੈ ਮੈਨੂੰ ਇਸ ਸਵਾਲ ਦੇ ਵਿੱਚ ਕਿ ਜਿਹੜਾ ਹਰਾ ਰੰਗ ਹੈ ਸੇਮ ਇਹੀ ਸਵਾਲ ਹੈ। ਠੀਕ ਹੈ ਜੀ, ਮੈਂ ਇਸ ਸਵਾਲ ਨੂੰ ਇਰੇਜ਼ ਕਰ ਰਿਹਾ ਤੇ ਤੁਹਾਨੂੰ 1 ਮਿੰਟ ਦੇ ਵਿੱਚ ਇਹਦਾ ਆਨਸਰ ਜਿਹੜਾ ਹੈਗਾ ਉਹ ਕਰਨ ਲਈ ਕਹਿ ਰਿਹਾ ਤੁਹਾਨੂੰ 1 ਮਿੰਟ ਕੋ। ਇਹਦੇ ਵਿੱਚ ਕੀ ਕਰਦੇ ਹਾਂ ਅਸੀਂ, ਇਹ ਸਵਾਲ ਨੂੰ ਏਦਾਂ ਹੀ ਰੱਖਿਆ ਮੈਂ, ਜਿੱਥੇ ਨੀਲਾ ਰੰਗ ਸੀਗਾ ਉੱਥੇ ਮੈਂ ਕਰ ਦਿੱਤਾ ਜੀ ਹਰਾ ਰੰਗ। ਹਰਾ ਰੰਗ ਪਸੰਦ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਕਿੰਨੀ ਹੈ ਤੇ ਉਹ ਇੱਥੇ ਕਰ ਦਿੱਤਾ ਜੀ ਪੀਲਾ ਰੰਗ ਪਸੰਦ ਕਰਨ ਵਾਲੇ ਵਿਦਿਆਰਥੀਆਂ ਤੋਂ ਕਿੰਨੀ ਵੱਧ ਹੈ ਤੇ ਪ੍ਰਸ਼ਨ ਨੰਬਰ 2 ਤੁਹਾਡੇ ਕੋਲ ਜਿਹੜਾ ਹੈਗਾ ਹੋ ਗਿਆ। ਇਹ ਤੁਹਾਡੇ ਕੋਲ ਹੋਮਵਰਕ ਹੈ, ਤੁਹਾਡੀ ਹੋਮ ਅਸਾਈਨਮੈਂਟ ਹੈ ਜਿਹੜੀ ਆਪਾਂ ਕਰ ਰਹੇ ਸੇਮ ਇਸੇ ਢੰਗ ਦੇ ਨਾਲ ਜਿਹੜਾ ਹੈਗਾ ਆ ਉਹ ਵੀ ਆਪਣਾ ਕੀਤਾ ਜਾ ਸਕਦਾ ਆ। ਮੈਂ ਤੁਹਾਨੂੰ ਵੈਸੇ ਹਿੰਟ ਦੇ ਤੌਰ ਤੇ ਦੱਸ ਸਕਦਾ ਆ, ਕਿਵੇਂ ਦੱਸ ਸਕਦਾ ਆ। ਤੁਸੀਂ ਇਹਦਾ ਸਵਾਲ ਦਾ ਜਵਾਬ ਕਰਨਾ ਕੈਲਕੂਲੇਸ਼ਨ ਤੁਸੀਂ ਆਪ ਕਰਨੀ ਆ। ਤੁਹਾਨੂੰ ਤੁਸੀਂ ਇਹ ਦੱਸਣਾ ਗ੍ਰੀਨ ਕਲਰ ਵਾਲੇ ਕਿੰਨੇ ਆਣੇ ਆ ਜੀ 120 ਬਟਾ 360 ਗੁਣਾ 36। ਇਹ ਤੁਹਾਡੇ ਕੋਲ ਕਿਹੜੇ ਆ ਗਏ ਗ੍ਰੀਨ ਵਾਲੇ। ਠੀਕ ਹੈ, ਹਲ ਤੁਸੀਂ ਆਪ ਕਰੋਗੇ। ਉਸ ਤੋਂ ਬਾਅਦ ਯੈਲੋ ਵਾਲੇ ਕਿੰਨੇ ਆ ਗਏ ਜੀ 50 ਬਟਾ 360 ਗੁਣਾ 36। ਇਹ ਜਿਹੜੇ ਹੈਗੇ ਜੀ ਤੁਹਾਡੇ ਕੋਲ ਯੈਲੋ ਕਲਰ ਪਸੰਦ ਕਰਨ ਵਾਲੇ ਆ ਗਏ। ਦੋਨਾਂ ਦੀ ਗਿਣਤੀ ਆ ਜਾਏਗੀ, ਉਹਨਾਂ ਨੂੰ ਆਪਸ ਦੇ ਵਿੱਚ ਘਟਾ ਲਈਓ ਤੇ ਘਟਾ ਕੇ ਜਿਹੜਾ ਹੈਗਾ ਹੈ ਤੁਸੀਂ ਇਹਦੀ ਐਗਜ਼ੈਕਟ ਜਿਹੜੀ ਹੈਗੀ ਵੈਲਿਊ ਸਵਾਲ ਦਾ ਜਵਾਬ ਜਿਹੜਾ ਹੈਗਾ ਉਹ ਦੇ ਸਕਦੇ ਹੋ। ਦੋਨਾਂ ਸਵਾਲਾਂ ਦਾ ਜਵਾਬ ਦੇ ਸਕਦੇ ਹੋ। ਹਰਾ ਰੰਗ ਪਸੰਦ ਕਰਨ ਵਾਲੇ ਕਿੰਨੇ ਵਿਦਿਆਰਥੀ ਨੇ ਕਟਿੰਗ ਕਰਕੇ ਇਹਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ 0 ਨਾਲ 0 ਕਟਿੰਗ 36 ਇਹ 12 ਆ ਜਾਏਗਾ ਜੀ। ਤੇ ਇਹ ਵਾਲਾ ਰੰਗ ਪਸੰਦ ਕਰਨ ਵਾਲੇ ਕਿੰਨੇ ਨੇ, ਇਹ ਵੀ ਤੁਹਾਡੇ ਕੋਲ 5 ਜਿਹੜੇ ਹੈਗੇ ਉਹ ਆ ਜਾਣਗੇ। ਠੀਕ ਹੈ ਜੀ, ਹੋਮਵਰਕ ਵੀ ਚਲੋ ਆਪਾਂ ਇੱਥੇ ਕਰ ਦਿੱਤਾ ਜ਼ਿਆਦਾਤਰ, ਮੈਂ ਚਾਹੁੰਦਾ ਸੀਗਾ ਕਿ ਤੁਸੀਂ ਆਪ ਕਰੋ ਪਰ ਚਲੋ ਐ ਨਹੀਂ ਹੋ। ਤੇ ਹੁਣ ਇਹ ਕਿੰਨੇ ਵੱਧ ਨੇ 12 ਵਿੱਚੋਂ 5 ਘਟਾਏ 7 ਵਿਦਿਆਰਥੀ ਜਿਹੜੇ ਹੈਗੇ ਆ ਉਹ ਸਾਡੇ ਕੋਲ ਇਦਾਂ ਦੇ ਹੋਣਗੇ ਜਿਹੜੇ ਹਰੇ ਰੰਗ ਵਾਲੇ ਯੈਲੋ ਰੰਗ ਵਾਲਿਆਂ ਤੋਂ ਵੱਧ ਨੇ। ਠੀਕ ਹੈ, ਸੋ ਵਿਦਿਆਰਥੀਓ ਇਹ ਸਾਡੇ ਵਰਕਸ਼ੀਟ ਸੋਲਵ ਕਰਨ ਵਾਲਾ ਪਹਿਲਾ ਹਿੱਸਾ ਸੀਗਾ ਤੇ ਇਹਦੇ ਨਾਲ ਦੇ ਜਿਹੜੇ ਬਾਕੀ ਦੇ ਸਵਾਲ ਹੈ ਉਹ ਆਪਾਂ ਨੈਕਸਟ ਲੈਕਚਰ 'ਚ ਹੱਲ ਕਰਾਂਗੇ। ਠੀਕ ਹੈ ਜੀ।